ਉਹਨਾਂ ਦਾ ਜਨਮ ਹੋਇਆ। ਜਿਸ ਵੇਲੇ ਸਿਪਾਹੀ ਘਰ ਆਏ ਨੇ ਤੇ ਘਰ ਲੰਗਰ ਪੱਕ ਰਿਹਾ ਸੀ, ਮਾਤਾ ਲੰਗਰ ਪਕਾ ਰਹੀ, ਕੋਲ ਆਂਢਣਾ ਗੁਆਂਢਣਾ ਵੀ ਆਈਆਂ ਲੰਗਰ ਪਕਾ ਰਹੀਆਂ ਹਨ। ਇਹ ਲੰਗਰ ਆਏ ਗਏ ਲਈ ਇੱਕ ਟੋਕਰਾ ਮਾਤਾ ਨੇ ਤਿਆਰ ਕਰਕੇ ਰੱਖਿਆ ਹੋਇਆ ਹੈ, ਜੋ ਭਾਈ ਸਾਹਿਬ ਨੇ ਆਉਣਾ ਹੈ ਤੇ ਸਿੰਘਾਂ ਵਾਸਤੇ ਲੈ ਕੇ ਜਾਣਾ। ਸਿਪਾਹੀ ਘਰ ਆ ਗਏ। ਮਾਤਾ ਨੇ ਤੱਕਿਆ, ਕੋਈ ਖੈਰ ਨਹੀਂ। ਕਹਿਣ ਲੱਗੇ ਤਾਰੂ ਸਿੰਘ ਦਾ ਘਰ ਇਹੀ ਹੈ? ਜੀ ਇਹੀ ਹੈ। ਕਿੱਥੇ ਹੈ ਉਹ? ਤੇ ਮਾਂ ਕਹਿਣ ਲੱਗੀ ਬੈਠੋ, ਲੰਗਰ ਛਕੋ, ਪ੍ਰਸ਼ਾਦਾ ਤਿਆਰ ਹੈ, ਚਾਹ ਪਾਣੀ ਪੀਓ, ਆ ਜਾਂਦੇ ਨੇ ਉਹ। ਗੁਰੂ ਨਾਨਕ ਦਾ ਘਰ, ਗੁਰੂ ਨਾਨਕ ਦੇ ਘਰ ਦੀ ਮੱਤ ਆਏ ਫੜਨ ਹਨ। ਤੇ ਮਾਤਾ ਨੇ ਲੰਗਰ ਛਕਾਇਆ, ਪਾਣੀ ਪਿਆਇਆ, ਮਾਤਾ ਨੇ ਦੁੱਧ ਪਿਆਇਆ। ਭਾਈ ਤਾਰੂ ਸਿੰਘ ਦੀ ਮਾਤਾ ਨੇ ਦੁਸ਼ਮਣ ਨੂੰ ਵੀ ਇੱਥੇ ਉਸੇ ਨਜ਼ਰ ਨਾਲ ਦੇਖਿਆ ਜਾਂਦਾ ਹੈ ਤੇ ਮਿੱਤਰ ਨੂੰ ਵੀ ਉਸੇ ਨਜ਼ਰ ਨਾਲ ਦੇਖਿਆ ਜਾਂਦਾ ਹੈ। ਇਹ ਸਾਡੇ ਲੰਗਰ ਦੀ ਪ੍ਰਥਾ ਹੈ, ਇਹ ਸਾਡੇ ਲੰਗਰ ਦੀ ਏਕਤਾ ਹੈ ਕਿ ਦੁਸ਼ਮਣ ਵੀ ਆ ਗਿਆ ਤੇ ਉਹਨੂੰ ਵੀ ਹੱਥ ਜੋੜ ਕੇ ਪ੍ਰਸ਼ਾਦਾ ਛਕਾ ਦਿਓ। ਇਹ ਨਹੀਂ ਵੀ ਦੁਸ਼ਮਣ ਆ ਗਿਆ ਤੇ ਉਹਨੂੰ ਆਖਣਾ ਬਾਹਰੋਂ ਬਾਹਰ ਚਲਾ ਜਾ। ਭਾਈ ਕਨ੍ਹਈਆ ਜੀ ਦੁਸ਼ਮਣਾਂ ਨੂੰ ਵੀ ਮਲਮ ਪੱਟੀ ਕਰਦੇ ਨੇ ਤੇ ਸਿੰਘਾਂ ਨੂੰ ਵੀ ਮਲਮ ਪੱਟੀ ਕਰਦੇ ਨੇ, ਤੇ ਦੁਸ਼ਮਣ ਨੂੰ ਵੀ ਪਾਣੀ ਮੂੰਹ ਵਿੱਚ ਪਾਉਂਦੇ ਨੇ ਤੇ ਸਿੰਘਾਂ ਦੇ ਮੂੰਹ ਵਿੱਚ ਵੀ ਪਾਣੀ ਪਾਉਂਦੇ ਨੇ। ਗੁਰੂ ਨਾਨਕ ਦੇ ਘਰ ਦੀ ਪ੍ਰਥਾ ਹੈ, ਇਹਨੇ ਜ਼ੁਲਮ ਮਿਟਾਇਆ ਹੈ, ਜ਼ੁਲਮ ਕੀਤਾ ਨਹੀਂ। ਜ਼ੁਲਮ ਮਿਟਾਇਆ, ਪ੍ਰਸ਼ਾਦਾ ਛਕਾਇਆ, ਦੁੱਧ ਛਕਾਇਆ। ਉਦੋਂ ਨੂੰ ਭਾਈ ਸਾਹਿਬ ਆ ਗਏ ਤੇ ਭਾਈ ਸਾਹਿਬ ਦਾ ਚਿਹਰਾ ਦਗਦਗ ਕਰਦਾ, ਪ੍ਰਸੰਨ ਰਹਿੰਦੇ ਸਨ, ਖੁਸ਼ ਰਹਿੰਦੇ ਸਨ। ਸਿੰਘਾਂ ਦੀ ਸੇਵਾ ਵਿੱਚ ਰਾਤ ਦਿਨ ਲੱਗੀ ਰਹਿੰਦੀ। ਭਾਈ ਸਾਹਿਬ ਨੂੰ ਵੇਖ ਕੇ ਤੈਰ ਕੇ ਸਿਪਾਹੀ ਵੀ ਇਹ ਤਾਰੂ ਸਿੰਘ, ਬੜੇ ਜਵਾਨ ਸਨ, ਲੰਬਾ ਦੌੜਾ ਸੀ ਭਾਈ ਸਾਹਿਬ, ਬੜੇ ਹੋਣਹਾਰ ਸਨ। ਮਾਤਾ ਨੇ ਬੜੇ ਸ਼ੌਕ ਨਾਲ ਪਾਲਿਆ ਸੀ ਤੇ ਉਮਰ ਹੋ ਗਈ ਹੈ 25 ਸਾਲ ਦੀ। ਤੇ ਭਾਈ ਸਾਹਿਬ ਨੂੰ ਆਂਦੀ ਹੱਥ ਕੜੀ ਲੱਗ ਗਈ। ਭਾਈ ਸਾਹਿਬ ਕਹਿਣ ਲੱਗੇ ਕਸੂਰ ਦੱਸੋ। ਕਹਿਣ ਲੱਗੇ ਕਸੂਰ ਤੇਰਾ ਜ਼ਕਰੀਆ ਖਾਨ ਹੀ ਦੱਸੇਗਾ। ਸਾਨੂੰ ਜੋ ਹੁਕਮ ਹੋਇਆ, ਸਾਰਾ ਪਿੰਡ ਇਕੱਠਾ ਹੋ ਗਿਆ ਕੋਲਾ। ਭਾਈ ਸਾਹਿਬ ਨੂੰ ਪਕੜ ਲਿਆ ਤੇ ਉਹਨਾਂ ਨੇ ਆਖਿਆ ਕਿ ਤੇਰੀ ਭੈਣ ਵੀ ਕਸੂਰਵਾਰ ਹੈ, ਉਹਨੂੰ ਵੀ ਪਕੜਨਾ। ਪਰ ਪਿੰਡ ਦੇ ਲੋਕਾਂ ਨੇ ਹਥਿਆਰ ਕੱਢ ਲਏ, ਉਹਨਾਂ ਨੇ ਭੈਣ ਨੂੰ ਹੱਥ ਨਾ ਲਾ ਦਿੱਤਾ। ਭਾਈ ਸਾਹਿਬ ਨੂੰ ਹੱਥ ਕੜੀ ਲਾ ਲਈ। ਹੁਣ ਸਿਪਾਹੀ ਘੋੜਿਆਂ ਤੇ ਸਵਾਰ ਨੇ ਤੇ ਭਾਈ ਸਾਹਿਬ ਨੂੰ ਹੱਥ ਕੜੀ ਲੱਗੀ ਹੈ ਤੇ ਲਾਹੌਰ ਨੂੰ ਤੁਰੇ ਜਾ ਰਹੇ ਹਨ। ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸੱਚ ਦੇ ਰਸਤਿਆਂ ਤੇ ਚਲਦਿਆਂ ਬੜੀਆਂ ਔਕੜਾਂ ਆਉਂਦੀਆਂ, ਪਰ ਵਾਹ ਭਾਈ ਸਾਹਿਬ ਦਾ ਜੀਵਨ ਜੋ ਹੈ ਕਮਾਲ ਦਾ ਜੀਵਨ ਹੈ। ਭਾਈ ਸਾਹਿਬ ਦੇ ਜੀਵਨ ਤੋਂ ਆਉਣ ਵਾਲੀ ਰਹਿੰਦੀ ਦੁਨੀਆ ਤੱਕ ਸਿੱਧ ਮਿਲਦੀ ਰਹੇਗੀ। ਸਾਧ ਸੰਗਤ ਜੀ, ਐਸਾ ਕਮਾਲ ਦਾ ਜੀਵਨ ਭਾਈ ਸਾਹਿਬ ਦਾ, ਉੱਚਾ ਸੁੱਚਾ ਆਚਰਣ, ਉੱਚਾ ਸੁੱਚਾ ਜੀਵਨ ਬਾਣੀ, ਰਾਤ ਦਿਨ ਸੇਵਾ ਸਿਮਰਨ ਕਰਨ ਵਾਲਾ ਜੀਵਨ ਭਾਈ ਸਾਹਿਬ। ਜਾ ਕੇ ਲਾਹੌਰ, ਅੰਮ੍ਰਿਤਸਰ ਤੇ ਲਾਹੌਰ ਦਾ ਥੋੜਾ ਹੀ ਫਾਸਲਾ ਹੈ। ਲਾਹੌਰ ਪੇਸ਼ ਕੀਤਾ ਗਿਆ ਭਾਈ ਸਾਹਿਬ। ਉਸ ਵੇਲੇ ਲਾਹੌਰ ਦਾ ਹਾਕਮ ਜ਼ਕਰੀਆ ਖਾਨ ਸੀ। ਕਹਿਣ ਲੱਗੇ ਸੁਣਿਆ ਤੂੰ ਸਿੰਘਾਂ ਦੀ ਸੇਵਾ ਕਰਦਾ? ਜੀ ਕਰਦਾ। ਤੈਨੂੰ ਪਤਾ ਨਹੀਂ ਕਾਨੂੰਨ ਨਹੀਂ ਹੈ ਵੀ ਉਹਨਾਂ ਦੀ ਸੇਵਾ ਕਰਨ ਵਾਲਿਆਂ ਨੂੰ ਸਜ਼ਾ ਮਿਲਦੀ ਹੈ? ਉਹ ਕਹਿਣ ਲੱਗਾ ਪਤਾ ਹੈ। ਭਾਈ ਸਾਹਿਬ ਕਹਿਣ ਲੱਗੇ ਮੇਰਾ ਤਾਂ ਸੁਭਾਅ ਹੈ, ਮੇਰੇ ਘਰ ਵਿੱਚ ਤਾਂ ਕੋਈ ਮੁਸਲਮਾਨ ਆ ਜਾਏ ਮੈਂ ਤਾਂ ਉਹਨੂੰ ਵੀ ਲੰਗਰ ਛਕਾਣਾ ਹਾਂ, ਉਹਨਾਂ ਨੂੰ ਤੇ ਮੈਂ ਛਕਾਣਾ ਹੀ ਛਕਾਣਾ ਹੈ, ਮੇਰਾ ਧਰਮ ਹੈ।
लगे इनू सजा दिओ कि इनू मुसलमान बना दे, इनू सजा दिओ, मुसलमान बनाओ। भाई साहब ने जो अख पट के देखा जकरिया खान वाल भाई साहब का रोब और अखा विच जलाल इतना सी कि जकरिया खान पैरों थिड़क गया। साथ संगत जो भाई साहब ने गुस्से नाल देखा, जो उन्होंने आख्या इहदे केस कतल कर दे। भाई साहब कहने लगे मरना मंजूर है लेकिन मैं केस कतल नहीं कर सकता। एक केस गुरु गोबिंद सिंह सच्चे पातशाह दी देन है सानू, इस कारण तू पहला मैं मर जावांगा वो ठीक है लेकिन कतल नहीं करांगा केस। ते जकरिया खान पता की कहता, कहने लगा आ मेरी जुत्ती देखता पे। भाई तारू सिंह को कहने लगा जकरिया खान आ मेरी जुत्ती देख, इस जुत्ती नाल मैं बतेरे सीधे कीते रहो, तू तो कोई भी नहीं, तू तो कुछ भी नहीं। इस जुत्ती नाल बड़े मैं मुसलमान बनाए हैं, इस जुत्ती विच ताकत बहुत है। बड़ा हंकारिया सी जकरिया खान। ते भाई साहब कहने लगे मनदे आ तेरी जुत्ती च भी ताकत है, पर जे मेरी जुत्ती तेरी लै गई ना पैरों ते तेरे मुकुट तक पहुंच जानी। प्यार नाल आखो सतनाम श्री वाहिगुरू। ये भाई साहब के अंदरों गल निकली सी साथ संगत। जो आ गल आखी भाई तारू सिंह ने कि जे मेरी जुत्ती लै गई तो तेरे मुकुट तक पहुंच जानी है, फिर उन्होंने गुस्सा आ गया। हाकम सी मौके का, बहुत ताकत वाला सी, उनके हाथ में बड़ी ताकत सी। कहने लगा मैनू ये गल आखी, कहने लगा हाँ तेनू ये गल आखी। कहने लगे फड़ो इसके केस जबरदस्त कर रहे हो, जबरदस्त इनके केस कट दो। भाई साहब 7-8 आदमी लगे पकड़न वास्ते, क्योंकि भाई साहब में भी बहुत जोर सी। कतल सिर कहने लगा मेरा सिर ला दियो पर मेरे केस ना कतल करियो। फिर जबरी भाई साहब के केस कतल करन लगे ने, जबरी पकड़ के। जकरिया खान इस हालात नूं देख रहा, पर इतिहास कहता है जिस वेले भाई साहबां दे केसां नूं कैंची लाई प्यारी साध संगत जीओ, ते जलाद जिहड़ा है कोशिश करता है कि इन्हां नूं मैं कट दियां, पर उन्हां विच पावर ही इन्नी आ गई वो कटे ही ना जाण, वो कतरी ना जाण। ये पावर की गल है, ये पावर की गल है। सेवा सिमरन दी समर्था हैं साध संगत जी। बाबे दीप सिंह का शीश लै गया ते शीश लै के खंडा वाई जा रहे हैं। ये बरकत नितनेम दियां हैं। उन्हां दा जीवन सी, उन्हां कोल सच ते सुच सी, और लंगोटे दे जती सन, और सती सन, वो ताकतवार सन, गुरु गोबिंद सिंह महाराज का रूप सन। नहीं कतरे, नहीं कतरे। जकरिया खान राम कहने लगा फिर मेरी हानि है, ये केस नहीं कतले गए, हैरानता हो गया। कहने लगा हो सकता है कोई कारण होवे। फिर हुक्म किया जलादा नूं जे केस नहीं कतले जाते तो इनका खोपर ही ला दियो। फिर खोपर का हुक्म हो गया। फिर भाई साहब थोड़े ठंडे पै गए, कोई नहीं खोपर लै जे लै जे, पर मेरे केस ना कतले जान। प्यार ना लाखो सतनाम। धन है जीवन, धन है जीवन इस सिख का, धन है जीवन, धन है इस सिख की कमाई। फिर साध संगत जीओ भाई साहब का रंबी दे नाल
ਰੰਬੀ ਤਿੱਖੀ ਕਰਕੇ ਤੇ ਰੰਬੀ ਦੇ ਨਾਲ ਸਾਧ ਸੰਗਤ ਜੀਓ ਕਵੀ ਪੰਗੂ, ਇੱਕ ਪੰਗੂ ਜੀ ਹੋਏ ਹਨ ਜਿਨ੍ਹਾਂ ਦਾ ਇਤਿਹਾਸ ਲਿਖਿਆ ਹੈ, ਬੜਾ ਪਿਆਰਾ ਇਤਿਹਾਸ ਲਿਖਿਆ ਹੈ ਉਹਨਾਂ ਨੇ, ਪ੍ਰਾਚੀਨ ਪੰਗੂ ਜੀ। ਉਹ ਕਹਿੰਦੇ ਨੇ ਵੀ ਮੱਥੇ ਤੋਂ ਸ਼ੁਰੂ ਕੀਤਾ ਉਹਨਾਂ ਨੇ, ਮੱਥੇ ਤੋਂ ਲੈ ਕੇ ਤੇ ਕੰਨ, ਇਧਰੋਂ ਮੱਥੇ ਤੋਂ ਲੈ ਕੇ ਤੇ ਕੰਨ ਤੱਕ ਉਹਨਾਂ ਨੇ ਦੇਖਦਿਆਂ ਦੇਖਦਿਆਂ ਭਾਈ ਸਾਹਿਬ ਦਾ ਖੋਪਰ ਸਾਰਾ ਗੱਚ ਕੇ ਅਲੱਗ ਰੱਖ ਦਿੱਤਾ, ਅਲੱਗ ਰੱਖ ਦਿੱਤਾ। ਪਰ ਭਾਈ ਸਾਹਿਬ ਅਡੋਲ ਹਨ, ਸਾਰਾ ਸਰੀਰ ਭਾਈ ਸਾਹਿਬ ਦਾ ਖੂਨ ਦੇ ਨਾਲ ਲੁਚੜ ਗਿਆ, ਸ਼ੀਸ਼ ਦੇ ਵਿੱਚੋਂ ਖੂਨ ਦੇ ਬਹਿ ਤੁਰੇ ਬਹਿ। ਭਾਈ ਸਾਹਿਬ ਅਡੋਲ ਬੈਠੇ, ਸ੍ਰੀ ਜਪਜੀ ਸਾਹਿਬ ਦਾ ਪਾਠ ਮੂੰਹ ਵਿੱਚੋਂ ਕਰ ਰਹੇ। ਬੜਾ ਗੱਭਰੂ ਜਵਾਨ 25 ਸਾਲ ਦਾ ਜੱਦੀ ਸਤੀ, ਇਹ ਮਹਾਂਪੁਰਖ ਜਿੰਦਾ ਅੱਜ ਖੋਪਰ ਗੱਚਿਆ ਗਿਆ। ਕਹਿੰਦੇ ਨੇ ਵੀ ਇੱਕ ਸਾਵਨ ਜਿਹੜਾ ਪਰਸੋਂ ਦਾ ਦਿਨ ਲੰਘ ਕੇ ਗਿਆ, ਉਸ ਦਿਨ ਭਾਈ ਸਾਹਿਬ ਦਾ ਖੋਪਰ ਗੱਚਿਆ ਗਿਆ ਸੀ। ਸ਼ਹੀਦੀ ਭਾਈ ਸਾਹਿਬ ਦੀ 22 ਦਿਨ ਬਾਅਦ ਹੁੰਦੀ ਹੈ, 22ਵੇਂ ਦਿਨ ਜਾ ਕੇ ਸ਼ਹੀਦੀ ਹੋਈ ਹੈ ਭਾਈ ਸਾਹਿਬ ਦੀ। ਲੇਕਿਨ ਦਿਨ ਆਪਾਂ ਇਹੀ ਮਨਾਉਂਦੇ ਹਾਂ ਸਾਰੇ। 22 ਦਿਨ ਬਾਅਦ ਮਹਾਰਾਜ ਭਾਈ ਤਾਰੂ ਸਿੰਘ ਜੀ ਸ਼ਹੀਦੀ ਹੁੰਦੀ। ਇੱਥੇ ਫਿਰ ਹੋਰ ਕੰਮ ਹੋਇਆ। ਇਸ 22 ਦਿਨਾਂ ਦੇ ਦੌਰਾਨ ਬੜਾ ਪਿਆਰਾ ਇਤਿਹਾਸ ਬਣਿਆ। ਇਧਰ ਭਾਈ ਸਾਹਿਬ ਦਾ ਖੋਪਰ ਗੱਚ ਦਿੱਤਾ, ਉਧਰ ਜ਼ਕਰੀਆ ਖਾਨ ਜਦੋਂ ਆਪਣੇ ਘਰ ਚਲਾ ਗਿਆ, ਮਹਿਲਾਂ ਚਲਾ ਗਿਆ, ਇਹਨੂੰ ਪਿਸ਼ਾਬ ਦਾ ਬੰਨ ਪੈ ਗਿਆ। ਹੁਣ ਉਹ ਬਚਨ ਸੱਚਾ ਹੋਣਾ ਸੀ ਜਿਹੜਾ ਭਾਈ ਤਾਰੂ ਸਿੰਘ ਨੇ ਆਖਿਆ ਸੀ, ਜੇ ਮੇਰੀ ਜੁੱਤੀ ਲੈ ਗਈ ਤੇ ਤੇਰੇ ਮੁਕਟ ਤੱਕ ਪਹੁੰਚ ਜਾਣੀ ਹੈ। ਜਦੋਂ ਨੇ ਕਿਹਾ ਸੀ ਮੈਂ ਜੁੱਤੀ ਨਾਲ ਵੀ ਕਰ ਲੈਣਾ, ਇਹ ਮੇਰੀ ਜੁੱਤੀ 'ਚ ਬੜੀ ਤਾਕਤ ਹੈ, ਤੇ ਭਾਈ ਸਾਹਿਬ ਨੇ ਕਿਹਾ ਜੇ ਮੇਰੀ ਜੁੱਤੀ ਲੈ ਗਈ ਤੇ ਤੇਰੇ ਮੁਕਟ ਤੱਕ ਪਹੁੰਚ ਜਾਣੀ। ਬੰਦ ਪੈ ਗਿਆ। ਉਸ ਵੇਲੇ ਹਸਪੀਟਲ ਤਾਂ ਹੁੰਦੇ ਨਹੀਂ ਸੀ, ਡਾਕਟਰ ਨਹੀਂ ਸੀ ਹੁੰਦੇ, ਉਸ ਵੇਲੇ ਹਕੀਮ ਹੁੰਦੇ ਸਨ। ਹਕੀਮਾਂ ਨੇ ਬੜਾ ਜ਼ੋਰ ਲਾਇਆ, ਹਕੀਮਾਂ ਨੇ ਕਿ ਸਾਡੇ ਹਾਕਮ ਠੀਕ ਹੋ ਜਾਏ। ਬੜੀਆਂ ਦਵਾਈਆਂ ਬੂਟੀਆਂ ਦਿੱਤੀਆਂ ਉਹਨਾਂ ਨੇ, ਪਰ ਬੰਨ ਖੁੱਲਿਆ ਨਾ। ਕੁਰਲਾਵੇ ਹਾਹਾਕਾਰ ਮਚ ਗਈ, ਉਹ ਵੀ ਮਰਨ ਨੂੰ ਤਿਆਰ ਹੋ ਗਿਆ। ਫਿਰ ਇਹਨੇ ਕਿਹਾ ਕਿ ਸਿੰਘਾਂ ਨੂੰ ਬੁਲਾਓ, ਕਿਤੇ ਵੀ ਸਿੰਘ ਕੋਈ ਹੈ ਉਹਨੂੰ ਬੁਲਾਓ, ਮੇਰੇ ਕੋਲ ਗਲਤੀ ਹੋ ਗਈ, ਬਹੁਤ ਵੱਡੀ ਗਲਤੀ ਹੋ ਗਈ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਭਾਈ ਤਾਰੂ ਸਿੰਘ ਦਾ ਖੋਪਰ ਲਾ ਕੇ ਮੈਂ ਬੜੀ ਵੱਡੀ ਗਲਤੀ ਕੀਤੀ। ਇਹਨੂੰ ਸਾਹਸ ਹੋਇਆ ਜਦੋਂ ਬੰਨ ਪੈ ਗਿਆ। ਫਿਰ ਇੱਕ ਭਾਈ ਸਵੇਗ ਸਿੰਘ ਜੀ ਹੋਏ। ਭਾਈ ਸਵੇਗ ਸਿੰਘ ਜੀ ਹਾਜ਼ਰ ਹੋਏ। ਉਹਨਾਂ ਨੂੰ ਕਿਹਾ ਕਿ ਮੇਰਾ ਆਲੂ 5000 ਮੋਹਰ ਤੇ 5000 ਮੋਹਰ ਲਓ ਤੇ ਮੇਰੀ ਅਰਦਾਸ ਕਰੋ, ਆਪਣੇ ਮੱਤ ਦੇ ਵਿੱਚ ਅਰਦਾਸ ਕਰੋ ਕਿ ਮੇਰਾ ਬੰਨ ਠੀਕ ਹੋ ਜਾਏ। ਹੁਣ ਬੰਨ ਕਿੱਥੋਂ ਠੀਕ ਹੋਣਾ ਸੀ? ਪੂਰਨ ਮਹਾਂਪੁਰਖ ਦਾ ਬਚਨ ਹੋਇਆ ਸੀ, ਮੇਰੀ ਜੁੱਤੀ ਜੇ ਤੇਰੇ ਮੁਕਟ ਤੱਕ ਪਹੁੰਚ ਗਈ ਤੇ ਫਿਰ ਵੇਖੀ ਹਾਲ ਕੀ ਤੇਰਾ ਹੁੰਦਾ। ਬੰਨ ਟੁੱਟੇ ਕੋਈ ਨਾ, ਬੰਨ ਟੁੱਟਿਆ ਕੋਈ ਨਾ। ਫਿਰ ਜਿਹੜੇ ਪੂਰਨ ਸਿੰਘ ਸੀਗੇ ਉਸ ਵੇਲੇ ਦੇ, ਉਹਨਾਂ ਕੋਲ ਖਬਰਾਂ ਪਹੁੰਚੀਆਂ ਵੀ ਆਹ ਕੰਮ ਹੋ ਗਿਆ। ਆਸੇ ਪਾਸੇ ਰਹਿੰਦਿਆਂ ਕੋਲ ਖਬਰਾਂ ਪਹੁੰਚੀਆਂ ਆਹ ਕੰਮ ਹੋ ਗਿਆ। ਤੇ ਕੋਈ ਸਿਆਣਾ ਸਿੰਘ ਸੀ, ਉਹ ਕਹਿਣ ਲੱਗਾ ਇੰਜ ਕਰੋ, ਭਾਈ ਸਾਹਿਬ ਦੀ ਜੁੱਤੀ ਲਓ। ਉਹਨਾਂ ਨੇ ਅੰਤ ਬਚਨ ਕੀਤਾ ਸੀ ਕਿ ਮੇਰੀ ਜੁੱਤੀ ਤੇਰੀ ਮੁਕਟ ਤੱਕ ਪਹੁੰਚ ਸਕਦੀ ਹੈ, ਤੇ ਜੁੱਤੀ ਇਹਦੇ ਸਿਰ ਵਿੱਚ ਮਾਰੋ, ਸ਼ਾਇਦ ਭਲਾ ਹੋ ਸਕੇ। ਜਿੱਤੂ ਭਾਈ ਸਾਹਿਬ ਦੀਆਂ ਜੁੱਤੀਆਂ ਲਿਜਾ ਕੇ ਉਹਦੇ ਮਹਿਲਾਂ ਦੇ ਵਿੱਚ ਉਹਦੇ ਸਿਰ ਵਿੱਚ ਮਾਰੀ ਜੁੱਤੀ ਪੋਲੀ ਜੀ, ਤੇ ਉਹਨੂੰ ਸੂੜਾ ਸੁੱਕ ਪਿਆ। ਤੇ ਫਿਰ ਕਹਿਣ ਲੱਗਾ ਹੋਰ ਮਾਰ ਜੁੱਤੀ। ਇਹ ਇਤਿਹਾਸ ਹੈ ਸਾਧ ਸੰਗਤ ਜੀ।
ਜਿਉਂ ਜੁੱਤੀ ਵੱਜਦੀ ਹੈ ਉਹਨੂੰ ਸੁੱਖ ਪੈਂਦਾ ਹੈ। ਜਿਉਂ ਜੁੱਤੀ ਭਾਈ ਸਾਹਿਬ ਦੀ ਵੱਜਦੀ ਹੈ ਜ਼ਕਰੀਆ ਖਾਨ ਦੇ ਸਿਰ ਵਿੱਚ, ਉਹਨੂੰ ਸੁੱਖ ਪੈਂਦਾ ਹੈ, ਬੰਨ ਟੁੱਟਦਾ ਹੈ। ਤੇ ਜ਼ਕਰੀਆ ਖਾਨ ਕਹਿਣ ਲੱਗਾ, ਜੋੜ ਕੇ ਮਾਰੋ, ਹੋਰ ਜੋੜ ਕੇ ਮਾਰੋ, ਮੈਨੂੰ ਸੁੱਖ ਪੈ ਰਿਹਾ। ਇਸੇ ਤਰ੍ਹਾਂ ਸਾਧ ਸੰਗਤ ਜੀਓ 21 ਦਿਨ ਜ਼ਕਰੀਆ ਖਾਨ ਨੇ ਜੁੱਤੀਆਂ ਖਾਧੀਆਂ ਭਾਈ ਸਾਹਿਬ ਦੀਆਂ। ਇੱਧਰ ਖੋਪਰ ਲੱਥ ਹੈ, ਆਸੇ ਪਾਸੇ ਪਹਿਰਾ ਲੱਗਾ ਹੈ। ਇਹ ਵੀ ਧਿਆਨ ਦੇਣਾ ਕਿ 22 ਦਿਨ ਭਾਈ ਸਾਹਿਬ ਨੇ ਨਾ ਪਾਣੀ ਨਾ ਪ੍ਰਸ਼ਾਦਾ, ਜਪਜੀ ਸਾਹਿਬ ਦੇ ਰਾਹ ਤੇ ਰਹੇ ਭਾਈ ਸਾਹਿਬ 22 ਦਿਨ। ਤੇ ਇੱਧਰ 21 ਦਿਨ ਹੋ ਗਏ ਹਨ ਅੱਜ ਜੁੱਤੀਆਂ ਖਾਂਦਿਆਂ ਨੂੰ, ਪਰ ਜ਼ਕਰੀਆ ਖਾਨ ਫਿਰ ਨਾ ਠੀਕ ਹੋਇਆ। ਜੁੱਤੀ ਤਾਂ ਟੁੱਟ ਗਈ ਪਰ ਬੰਨ ਨਾ ਟੁੱਟਿਆ। ਜੁੱਤੀਆਂ ਖਾ ਖਾ ਕੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਖਿਰਕਾਰ ਜੁੱਤੀਆਂ ਖਾਂਦਾ ਹੋਇਆ ਜ਼ਕਰੀਆ ਖਾਨ ਆਪਣੀ ਮਹਿਲਾਂ ਦੇ ਵਿੱਚ ਇਤਨੀਆਂ ਜੁੱਤੀਆਂ ਖਾਧੀਆਂ। ਅੱਜ ਕਹਿਣ ਲੱਗਾ, ਇਤਨੀਆਂ ਜ਼ੋਰ ਜ਼ੋਰ ਕੇ ਜੁੱਤੀਆਂ ਮਾਰੋ ਸ਼ਾਇਦ ਠੀਕ ਹੋ ਜਾਵਾਂ। ਪਰ ਇੰਨੀਆਂ ਜੁੱਤੀਆਂ ਸਿਰ ਵਿੱਚ ਵੱਜ ਗਈਆਂ, ਜ਼ਕਰੀਆ ਖਾਨ ਸਦਾ ਲਈ ਨੀਂਦ ਸੌਂ ਗਿਆ। 21ਵੇਂ ਦਿਨ ਭਾਈ ਸਾਹਿਬ ਅਜੇ ਹਾਲਤ ਵਿੱਚ। ਫਿਰ ਭਾਈ ਸਾਹਿਬ ਨੇ ਆਪਣੀ ਇੱਛਾ ਜਗਾਈ। ਅਖੀਰ ਜਦੋਂ ਭਾਈ ਸਾਹਿਬ ਨੂੰ ਪਤਾ ਲੱਗਾ ਕਿ ਜ਼ਕਰੀਆ ਖਾਨ ਚਲਾ ਗਿਆ, ਹੁਣ ਫਿਰ ਭਾਈ ਸਾਹਿਬ ਨੇ ਭਾਈ ਸਵੇਗ ਸਿੰਘ ਨੂੰ ਇਸ਼ਾਰਾ ਕੀਤਾ ਕਿ ਮੇਰਾ ਇਸ਼ਨਾਨ ਕਰਵਾਓ। ਵਕਤ ਆ ਗਿਆ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਣ ਦਾ। ਤੇ ਭਾਈ ਸਵੇਗ ਸਿੰਘ ਜੀ ਬੜੇ ਸਿਆਣੇ ਸਨ, ਕਹਿਣ ਲੱਗੇ ਇਸ ਮਹਿਲਾਂ ਵਿੱਚੋਂ ਪਾਣੀ ਨਹੀਂ ਵਰਤਣਾ, ਕਿਉਂਕਿ ਤੁਹਾਡਾ ਸਰੀਰ ਬੜਾ ਪਵਿੱਤਰ ਹੈ, ਤੁਸੀਂ ਮਹਾਂਪੁਰਖ ਹੋ, ਇੱਥੋਂ ਦਾ ਪਾਣੀ ਨਹੀਂ ਵਰਤਣਾ। ਮੈਂ ਹੁਣੇ ਜਾਂਦਾ ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ, ਉੱਥੋਂ ਸਰੋਵਰ ਦਾ ਪਵਿੱਤਰ ਜਲ ਲੈ ਕੇ ਆਉਂਦਾ ਹਾਂ, ਉਹਦੇ ਨਾਲ ਇਸ਼ਨਾਨ ਆਪ ਜੀ ਦਾ ਹੋਏਗਾ। 21ਵਾਂ ਦਿਨ, ਅੱਜ 22ਵਾਂ ਦਿਨ ਹੋਇਆ। ਪਾਣੀ ਪਹੁੰਚਿਆ ਹੈ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ 2 ਪੀਪੇ ਪਾਣੀ ਪਹੁੰਚਿਆ ਹੈ ਭਾਈ ਸਾਹਿਬ ਦੇ ਇਸ਼ਨਾਨ ਵਾਸਤੇ। ਭਾਈ ਸਾਹਿਬ ਦਾ ਇਸ਼ਨਾਨ ਕਰਵਾਇਆ ਗਿਆ। ਜਪਜੀ ਸਾਹਿਬ ਪੜ੍ਹ ਰਹੇ, ਖੋਪਰ ਲੱਥਾ ਹੋਇਆ। ਕਮਾਲ ਹੈ ਸੇ, ਕਮਾਲ ਹੈ ਗੁਰੂ ਦੇ ਲਾਲ। ਅੱਜ 22ਵਾਂ ਦਿਨ ਹੈ, ਇਸ਼ਨਾਨ ਹੋ ਰਿਹਾ। ਸੁੱਕਿਆ ਹੋਇਆ ਖੂਨ ਤਨ ਦੇ ਉੱਤੋਂ ਪੂਰਾ ਪੂਰਾ ਕਰਕੇ ਲਾਇਆ ਜਾ ਰਿਹਾ। ਇਸ਼ਨਾਨ ਹੋਇਆ। ਭਾਈ ਸਾਹਿਬ ਨੇ ਆਖਿਆ, ਦੇਖ ਕੜਾ ਪ੍ਰਸ਼ਾਦ ਤਿਆਰ ਕਰ। ਪਹਿਲਾਂ ਲੱਕੜਾਂ ਆਖੀਆਂ ਕਿ ਲੱਕੜਾਂ ਦਾ ਇੰਤਜ਼ਾਮ ਕਰੋ, ਮੇਰੀ ਚਿਖਾ ਦਾ ਇੰਤਜ਼ਾਮ ਕਰੋ। ਲੱਕੜਾਂ ਦਾ ਇੰਤਜ਼ਾਮ ਭਾਈ ਸਵੇਗ ਸਿੰਘ ਜੀ ਨੇ ਕੀਤਾ। ਫਿਰ ਆਖਿਆ ਦੇਖ ਤਿਆਰ ਕਰੋ। ਫਿਰ ਕੜਾ ਪ੍ਰਸ਼ਾਦ ਦੇਖ ਤਿਆਰ ਹੋਈ। ਸਾਧ ਸੰਗਤ ਜੀ, ਦੇਖ ਤੋਂ ਬਾਅਦ ਫਿਰ ਭਾਈ ਸਾਹਿਬ ਨੇ ਆਨੰਦ ਸਾਹਿਬ ਦਾ ਪਾਠ ਕਿਹਾ, ਪੜੋ। ਬਸ ਆਨੰਦ ਸਾਹਿਬ ਦਾ ਪਾਠ ਹੁੰਦਿਆਂ ਹੀ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਹੀ 22ਵੇਂ ਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਧੁੰਡ ਪਾਏ ਵਿਸਰਾਮ। ਚਲੇ ਇਹ ਸਾਡੇ ਸਿੰਘਾਂ ਦਾ ਇਤਿਹਾਸ ਹੈ। ਪਰ ਪਿਆਰਿਓ, ਸਾਨੂੰ ਉਹਨਾਂ ਨੂੰ ਯਾਦ ਹਮੇਸ਼ਾ ਰੱਖਣਾ ਚਾਹੀਦਾ। ਐਡੇ ਐਡੇ ਕਾਰਨਾਮੇ ਕਰਕੇ ਕਿਸ ਲਈ ਗਏ ਨੇ? ਸਾਡੇ ਵਾਸਤੇ ਗਏ, ਸਾਡੇ ਵਾਸਤੇ ਗਏ ਵੀ ਸਾਡੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਸੁਖੀ ਰਹਿਣ। ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਉਂ ਸ਼ਹੀਦੀ ਪਾਈ? ਕਿ ਹਿੰਦੂ ਜਿਹੜਾ ਧਰਮ ਬਚਿਆ ਰਹੇ। ਗੁਰੂ ਨਾਨਕ ਦੇ ਘਰ ਦੀਆਂ ਕਿਹੜੀਆਂ ਕਿਹੜੀਆਂ ਕਹਾਣੀਆਂ ਗਾਈ
ਕਿਹੜੀਆਂ ਕਿਹੜੀਆਂ ਕਥਾ ਕਰੀਆਂ ਪਰਉਪਕਾਰ ਦੀਆਂ, ਕਿਹੜੀਆਂ ਕਿਹੜੀਆਂ ਕਥਾ ਕਰੀਏ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਕੋਈ ਛੋਟੀ ਸੀ? फिर उस शहीदी ने ऐसी ताक जमाई साध संगत जियो, हिंदू धर्म बच गया, बच गया। भाई तारू सिंह की शहीदी कोई छोटी मोटी नहीं सी, बड़ी बड़ी शहीदी सी। जिस शहीदी ने साध संगत जियो आने वाले दिन बदले, साध संगत जियो ਸਿੰਘਾਂ ਤੇ थोड़ा तसद्दुद घटिया, क्योंकि हाकम होर आ गया। उस तो बाद हाकम जिहड़ा आ गया कोई चंगा आ गया, फिर ਸਿੰਘਾਂ ਦੇ तसद्दुद थोड़ा जिहा घटिया सी। ये जकरिया खान ते ऐसा सी, ऐसा मूर्ख सी, कहन लगा कि मैनू कोई दाड़े वाला नजर ही ना आवे, ये सिख नजर ही ना आवे। जे कोई सिख दा सिर लैके आवे उन्होंने नाम देंदा सी। तो सतगुरु मेहर करन, किरपा करन, गुरसिखां दा जीवन, योद्धियां दा जीवन अपने हिरदे अंदर सदा लई वसिया रहे। असी भी इन्हां पूर्णियां ते चल सकीए, अपने जीवन की धारा नूं बदल के आपां भी गुरमत के रस्ते ते आउण दी कोशिश करिए। सतगुरु मेहर करन, किरपा करन, सानू इस मत हमेशा बख्शदे रहन। आओ तुक पढ़ के आपां कीर्तन की समाप्ति करते हाँ। मरण मनसा सूर्या हक है, जे होए जो होए मरण परवानो। आओ इन्हां तुकां नूं पढ़ के सारे आपां अज दे दिन नूं मनाउंदियां आया भाई साहब भाई तारू सिंह जी दा दिन सारे ही जुड़ो इस तुक दे नाल। मरण मनसा सूर्या Hey